ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ, ਸਤਿਗੁਰਾਂ ਦੀ ਪਾਵਨ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਜੋ ਪਾਵਨ ਬਾਣੀ ਸ਼੍ਰੀ ਤਵੈ ਪ੍ਰਸਾਦ ਸਵਈਆਂ ਦੀ ਜੋ ਪਾਵਨ ਸੰਥਿਆ ਵਿਚਾਰ ਪ੍ਰਾਰੰਭ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਜੋ ਪਾਵਨ ਬਾਣੀ ਸ਼ੁਰੂ ਹੋਣ ਤੋਂ ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ, ਇਹ ਜਿਹੜੇ ਸ਼ਬਦ ਲਿਖੇ ਹੋਏ ਆਉਂਦੇ ਹਨ, ਇਸ ਤੋਂ ਕੀ ਭਾਵ ਹੈ? ਕਿਉਂਕਿ ਇਹ ਜਿਹੜੀ ਤਵੈ ਪ੍ਰਸਾਦ ਦੀ ਪਾਵਨ ਬਾਣੀ ਹੈ, ਜਿਸ ਨੂੰ ਗੁਰਮਤਿ ਦੇ ਅੰਦਰ ਤਵੈ ਪ੍ਰਸਾਦ ਸਵਈਏ ਜਾਂ ਸੁਧਾ ਸਵਈਏ ਜਾਂ ਅੰਮ੍ਰਿਤ ਸਵਈਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਜਿਹੜੀ ਪਾਵਨ ਬਾਣੀ ਹੈ, ਇਹ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ, ਜੋ ਕਿ ਅਕਾਲ ਉਸਤਤ ਦੀ ਬਾਣੀ ਆਉਂਦੀ ਹੈ। ਉਸ ਦਾ ਜਿਹੜਾ 21ਵਾਂ ਛੰਦ ਜਦੋਂ ਪ੍ਰਾਰੰਭ ਹੁੰਦਾ ਹੈ, ਤਾਂ ਉਹ ਜਿਹੜੀ 21ਵੇਂ ਛੰਦ ਵਾਲੀ ਬਾਣੀ ਇਹ ਤਵੈ ਪ੍ਰਸਾਦ ਸਵਈਏ ਹਨ। ਅਤੇ ਇਸ ਦੀ ਜਿਵੇਂ ਉਥਾਨਕਾ ਪਹਿਲੇ ਟਰੈਕ ਦੇ ਵਿੱਚ ਆਪ ਜੀ ਸ਼ਰਵਣ ਕਰ ਚੁੱਕੇ ਹੋ। ਅੱਗੇ ਇਸ ਦਾ ਜਿਹੜਾ ਦਸਮ ਬਾਣੀ ਦੇ ਵਿੱਚ ਰੂਪ ਹੈ, ਉੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ, ਇਹ ਜਿਹੜੇ ਸ਼ਬਦ ਉੱਥੇ ਅੰਕਿਤ ਨਹੀਂ ਕੀਤੇ ਗਏ। ਪਰ ਜਦੋਂ ਵੀ ਆਪਾਂ ਪਾਵਨ ਗੁਰਬਾਣੀ ਦਾ ਪਾਠ ਕਰਨਾ ਹੈ, ਸੰਥਿਆ ਪਕਾਉਣੀ ਹੈ ਜਾਂ ਨਿਤਨੇਮ ਵਿੱਚ ਇਹ ਬਾਣੀ ਪੜ੍ਹਨੀ ਹੈ, ਅਤੇ ਉਸ ਵੇਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਇਹ ਨਾਲ ਪੜ੍ਹਨਾ ਹੈ। ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਇਹ ਜੇ ਲਿਖਿਆ ਨਹੀਂ ਹੋਇਆ ਤਾਂ ਫਿਰ ਪੜ੍ਹਨਾ ਕਿਉਂ ਹੈ? ਅਤੇ ਉਸ ਦੀ ਜਿਹੜੀ ਪਾਵਨ ਉਦਾਹਰਣ ਹੈ, ਸੰਪਰਦਾ ਦੇ ਅੰਦਰ ਵਿਦਿਆਰਥੀ ਗੁਰਸਿੱਖ ਅੱਗੇ ਤੋਂ ਅੱਗੇ ਪੜ੍ਹਦੇ ਪੜ੍ਹਾਉਂਦੇ ਨੇ ਕਿ ਜਿਵੇਂ ਇਸ ਸੰਪਰਦਾਇ ਦੇ ਅੰਦਰ ਜਿਹੜੇ ਮਹਾਨ ਵਿਦਵਾਨ ਤਪਸਵੀ ਸਾਧੂ ਮਹਾਤਮਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ, ਉਹਨਾਂ ਨੇ ਵੀ ਇੱਕ ਜੋ ਗੁਰਦੁਆਰਾ ਰਵਾਲਸਰ ਸਾਹਿਬ ਹੈ, ਉੱਥੇ ਪੁਰਾਤਨ ਜੋ ਹੱਥ ਲਿਖਤ ਗੁਟਕਾ ਸਾਹਿਬ, ਉਸ ਸਥਾਨ 'ਤੇ ਮੰਨਿਆ ਜਾਂਦਾ ਹੈ ਕਿ ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਇਹ ਜਿਹੜਾ ਗੁਟਕਾ ਸਾਹਿਬ ਹੈ, ਉਸ ਦੇ ਵਿੱਚ ਵੀ ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਸੀ। ਅਤੇ ਉਸ ਤੋਂ ਬਾਅਦ ਜਿਹੜੇ ਸ਼੍ਰੀਮਾਨ ਸੰਤ ਸੰਪੂਰਨ ਸਿੰਘ ਜੀ, ਜਿਹੜੇ ਨਾਮ ਅਭਿਆਸੀ ਗੁਰਮੁਖ ਮਹਾਂਪੁਰਖ ਹੋਏ ਨੇ, ਉਹਨਾਂ ਪਾਸੋਂ ਵੀ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਨੇ ਜਿਹੜੀ ਅੰਮ੍ਰਿਤ ਸੰਚਾਰ ਦੀ ਪਾਵਨ ਮਰਿਆਦਾ ਜੋ ਹੱਥ ਲਿਖਤ ਲੈ ਕੇ ਆਏ ਸੀ, ਉਸ ਦੇ ਵਿੱਚ ਵੀ ਇਹ ਜਿਹੜੀਆਂ ਪੰਜਾਂ ਬਾਣੀਆਂ ਦਾ ਨਿਤਨੇਮ ਦਾ ਜ਼ਿਕਰ ਹੈ, ਔਰ ਉਸ ਦੇ ਅੰਦਰ ਵੀ ਜਿਹੜੀ ਇਹ ਪਾਵਨ ਬਾਣੀ ਤਵੈ ਪ੍ਰਸਾਦ ਸਵਈਆਂ ਦੀ ਹੈ, ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਔਰ ਪਾਤਸ਼ਾਹੀ ਦਸਵੀਂ, ਇਸ ਤੋਂ ਹੀ ਪ੍ਰਾਰੰਭ ਕਰਨ ਦਾ ਜਿਹੜਾ ਜ਼ਿਕਰ ਹੈ ਉਹ ਆਇਆ ਹੈ। ਇਸ ਲਈ ਇਸ ਨੂੰ ਜਦੋਂ ਵੀ ਇਸ ਪਾਵਨ ਗੁਰਬਾਣੀ ਦਾ ਪਾਠ ਕਰਨਾ ਔਰ ਸੰਥਿਆ ਵਿੱਚ ਪੜ੍ਹਨਾ ਪੜ੍ਹਾਉਣਾ ਹੈ, ਉਦੋਂ ਇਹ ਜਿਹੜੀਆਂ ਮੰਗਲ ਰੂਪ ਵਿੱਚ, ਕਿਉਂਕਿ ਵੇਦਾਂਤ ਮਤ ਦੇ ਅਨੁਸਾਰ ਔਰ ਗੁਰਮਤ ਮਤ ਦੇ ਅਨੁਸਾਰ ਜਿਹੜੀ ਵੀ ਕੋਈ ਰਚਨਾ ਹੈ ਉਹ ਗੁਰੂ ਦੇ ਮੰਗਲ ਤੋਂ ਬਿਨਾਂ ਪ੍ਰਾਰੰਭ ਨਹੀਂ ਹੋ ਸਕਦੀ। ਇਸ ਲਈ ਸਤਿਗੁਰਾਂ ਨੇ ਇਸ ਪੱਖ ਨੂੰ ਸੰਪੂਰਨ ਕਰਦਿਆਂ ਹੋਇਆਂ, ਜਿਵੇਂ ਸ਼੍ਰੀ ਅਕਾਲ ਉਸਤਤ ਬਾਣੀ ਦੀ ਪ੍ਰਾਰੰਭਤਾ ਜਦੋਂ ਹੁੰਦੀ ਹੈ, ਅਤੇ ਉਸ ਵੇਲੇ ਵੀ ਉੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੀ ਜਿਹੜਾ ਮੰਗਲ ਅੰਕਿਤ ਕੀਤਾ ਹੋਇਆ ਹੈ, ਅਤੇ ਉਹੀ ਇਸ ਪਾਵਨ ਬਾਣੀ ਦੀ ਪ੍ਰਾਰੰਭਤਾ ਤੋਂ ਪਹਿਲਾਂ ਪੜ੍ਹਨਾ ਹੈ। ਸੋ ਅੱਗੇ ਜਿਸ ਪ੍ਰਕਾਰ ਪਾਵਨ ਬਾਣੀ ਦੀ ਜੋ ਸੰਥਿਆ ਵਿਚਾਰ ਪ੍ਰਾਰੰਭ ਹੋ ਰਹੀ ਹੈ, ਉਸ ਨੂੰ ਬੜੇ ਧਿਆਨ ਦੇ ਨਾਲ ਸ਼ਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋ ਪ੍ਰਸਾਦ ਸਵਈਏ। ਹਾਂਜੀ, ਇਸ ਮੰਗਲ ਦਾ ਜਿਹੜਾ ਉਚਾਰਨ ਹੈ ਉਹ ਪਹਿਲਾਂ ਸ਼੍ਰੀ ਜਾਪ ਸਾਹਿਬ ਪਾਵਨ ਬਾਣੀ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਤੇ ਉਸ ਤੋਂ ਬਾਅਦ ਅੱਗੇ ਹੈ ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਨਹੀਂ ਬੋਲਣਾ, ਪਾਤਸ਼ਾਹੀ ਦਸਵੀਂ। ਅੱਗੇ ਹੈ ਤੋ ਪ੍ਰਸਾਦ, ਤਵ ਪ੍ਰਸਾਦ ਨਹੀਂ ਕਹਿਣਾ, ਤਵੈ ਪ੍ਰਸਾਦ ਸਵਈਏ।
ਤੇ ਜਦੋਂ ਵੀ ਸਵਈਏ ਸ਼ਬਦ ਬੋਲਣਾ, ਕਿਉਂਕਿ ਇਸ ਦੇ ਪੈਰ ਦੇ ਵਿੱਚ ਵਾਵਾ ਹੈ ਔਰ ਅੱਗੇ ਹੈ ਯਈਆ, ਇਸ ਲਈ ਜਦੋਂ ਵੀ ਇਸ ਦਾ ਉਚਾਰਨ ਕਰਨਾ ਸੱਸਾ ਵਾਵਾ ਈੜੀ ਬਿਹਾਰੀ ਔਰ ਈੜੀ ਲਾਂ। ਦੁਬਾਰਾ ਇਸ ਦਾ ਨੋਟ ਕਰ ਲਓ, ਸੱਸਾ ਵਾਵਾ ਈੜੀ ਬਿਹਾਰੀ ਈੜੀ ਲਾਂ, ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ। ਔਰ ਸਵਈਏ ਇਸ ਤਰ੍ਹਾਂ ਬੋਲਣਾ, ਸਵਈ ਨਹੀਂ ਕਹਿਣਾ, ਸਵਈਏ, ਸੱਸਾ ਵਾਵਾ ਈੜੀ ਬਿਹਾਰੀ ਈੜੀ ਲਾਂ। ਹਾਂਜੀ। ਸ਼ਰਾਵਗ ਸੁਧ ਸਮੂਹ ਸਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਹਾਂਜੀ, ਇਸ ਪਾਵਨ ਪਹਿਲੀ ਪੰਕਤੀ ਦਾ ਜਿਹੜਾ ਉਚਾਰਨ ਹੈ ਸ਼ਰਾਵਗ ਸੁਧ, ਸ਼ਰਾਵਗ ਕਹਿ ਕੇ ਫਿਰ ਬੋਲਣਾ ਸੁਧ, ਤੇ ਇੱਥੇ ਥੋੜ੍ਹਾ ਜਿਹਾ ਠਹਿਰਾ ਦੇਣਾ। ਸੁਧ ਜਿਹੜਾ ਸ਼ਬਦ ਹੈ ਇਹ ਕੱਸ ਕੇ ਬੋਲਣਾ, ਸ਼ਰਾਵਗ, ਤੇ ਸ਼ਰਾਵਗ ਜਿਹੜਾ ਸ਼ਬਦ ਆ ਇਸ ਨੂੰ ਸ਼ਰਾਵਗ ਇਸ ਤਰ੍ਹਾਂ ਨਹੀਂ ਬੋਲਣਾ। ਸ਼ਰਾਵਗ ਜਿਵੇਂ ਸਰੇਵੜੇ ਜਿਹੜੇ ਹੁੰਦੇ ਆ, ਜਿਹੜੇ ਸੁੱਧ ਮਿਣੇ ਸੋਧੀ, ਤੇ ਸ਼ਰਾਵਗ ਸੁੱਧ, ਇੱਥੇ ਜਮਕ ਅੱਗੇ ਹੈ ਸਮੂਹ ਸਿਧਾਨ ਕੇ। ਇਹ ਸਿਧਾਨ ਜਿਹੜਾ ਵਾ ਇਸ ਨੂੰ ਕੱਸ ਕੇ ਬੋਲਣਾ, ਜਿਹੜੇ ਸਿੱਧ ਪੁਰਸ਼ ਹਨ। ਤੇ ਸ਼ਰਾਵਗ ਸੁੱਧ, ਇੱਥੇ ਜਮਕ ਲੱਗੇਗੀ, ਸਮੂਹ ਸਿਧਾਨ ਕੇ। ਇਹ ਸਮੂਹ ਜਿਹੜਾ ਸ਼ਬਦ ਆ ਹਾਹਾ ਜਿਹੜਾ ਮੁਕਤਾ ਹੈ, ਇਸ ਲਈ ਬੜੇ ਧਿਆਨ ਦੇ ਨਾਲ ਇਸ ਨੂੰ ਬੋਲਣਾ ਸ਼ਰਾਵਗ। ਤੇ ਸ਼ਰਾਵਗ ਜਿਹੜਾ ਸ਼ਬਦ ਹੈ ਇਸ ਦੇ ਪੈਰ ਦੇ ਵਿੱਚ ਰਰ ਹੈ, ਇਸ ਲਈ ਛੇਤੀ ਇਸ ਦਾ ਉਚਾਰਨ ਕਰਨਾ। ਸ਼ਰਾਵਗ ਸੁੱਧ ਸਮੂਹ ਸਿਧਾਨ ਕੇ, ਅੱਗੇ ਹੈ ਦੇਖ ਫਿਰਿਓ ਘਰ, ਇੱਥੇ ਠਮਕ ਆਵੇਗੀ। ਤੇ ਜਦੋਂ ਫਿਰ ਸ਼ਬਦ ਬੋਲਣਾ ਉਦੋਂ, ਕਿਉਂਕਿ ਜਿਹੜੇ ਪੱਪਾ ਪੱਫਾ ਬੱਬਾ ਭੱਬਾ ਮੰਮਾ, ਇਹ ਜਿਹੜੀ ਲਾਈਨ ਹੈ 35 ਅੱਖਰੀ ਦੇ ਵਿੱਚ, ਇਹ ਬੁੱਲਾਂ ਨੂੰ ਜੋੜ ਕੇ ਬੋਲੀ ਜਾਂਦੀ ਹੈ। ਇਸ ਲਈ ਦੇਖ ਫਿਰਿਓ ਘਰ, ਬੁੱਲ ਜੋੜ ਕੇ ਫਿਰਿਓ ਸ਼ਬਦ ਬੋਲਣਾ। ਦੇਖ ਫਿਰਿਓ ਘਰ ਜੋਗ ਜਤੀ ਕੇ, ਜਤੀ ਜਿਹੜਾ ਸ਼ਬਦ ਹੈ ਇਸ ਨੂੰ ਪੋਲਾ ਬੋਲਣਾ, ਜੋਗ ਜਤੀ ਕੇ। ਤੇ ਕੇ ਸ਼ਬਦ ਨੂੰ ਵੱਖਰਾ, ਯਾਨੀ ਕਿ ਜਤੀਕੇ ਨਹੀਂ ਕਹਿਣਾ, ਜੋਗ ਜਤੀ ਕੇ, ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ। ਸ਼ਰਾਵਗ ਸੁਧ ਸਮੂਹ ਸਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸਿਧਾਦਕ, ਸੰਤ ਸਮੂਹ ਅਨੇਕ ਮਤੀ ਕੇ। ਹਾਂਜੀ, ਇਸ ਦੂਸਰੀ ਪੰਕਤੀ ਦਾ ਜਿਹੜਾ ਉਚਾਰਨ ਹੈ ਸੂਰ ਸੁਰਾਰਦਨ, ਇੱਥੇ ਜਮਕ ਲਾਉਣੀ, ਅੱਗੇ ਹੈ ਸੁਧ ਸੁਧਾਦਿਕ। ਇਹ ਸੁਧਾਦਿਕ ਦੇ ਉੱਪਰ ਜਿਹੜਾ ਅਧਕ ਹੈ ਉਹ ਛਪਿਆ ਹੋਇਆ। ਕਈ ਗੁਟਕਾ ਸਾਹਿਬ ਦੇ ਅੰਦਰ ਇਹ ਅਧਕ ਜਿਹੜਾ ਨਹੀਂ ਛਪਿਆ ਹੁੰਦਾ, ਤੇ ਇਸ ਨੂੰ ਲਾ ਲੈਣਾ, ਦਰੁਸਤ ਕਰ ਲੈਣਾ। ਸੂਰ ਸੁਰਾਰਦਨ, ਤੇ ਸੁਰਾਰਦਨ ਦੇ ਜਿਹੜੇ ਰਾਰੇ ਨੇ ਉਹ ਪੂਰੇ ਹਨ। ਜਿਹੜੇ ਸੂਰ ਜਿਹੜੇ ਦੇਵਤੇ, ਤੇ ਸੁਰਾਰਦਨ ਜਿਹੜੇ ਦੈਂਤ ਨੇ। ਸੁਰ ਅਰਦਨ, ਜਾਣੀ ਕਿ ਸੁਰ ਜਿਹੜੇ ਦੇਵਤੇ ਨੇ ਤੇ ਅਰਦਨ ਮੈਨੇ ਉਹਨਾਂ ਨੂੰ ਮਲਣ ਵਾਲੇ, ਭਾਵ ਦੈਂਤ। ਇਸ ਲਈ ਜਿਹੜਾ ਰਾਰਾ, ਦੋਵੇਂ ਰਾਰੇ ਨੇ ਉਹਨਾਂ ਨੂੰ ਪੂਰਾ ਬੋਲਣਾ। ਸੂਰ ਸੁਰਾਰਦਨ, ਇੱਥੇ ਜਮਕ ਲਾਉਣੀ, ਫਿਰ ਬੋਲਣਾ ਸੁੱਧ ਸੁਧਾਦਿਕ, ਯਾਨੀ ਕਿ ਜਿਹੜਾ ਧੱਦਾ ਔਰ ਦੱਦਾ, ਇਹਨਾਂ ਦੀ ਦੋਵਾਂ ਦੀ ਆਪਸ ਦੀ ਜਿਹੜੀ ਆਪਦੀ ਜਿਹੜੀ ਆਵਾਜ਼ ਆ ਉਹ ਪੂਰੀ ਕੱਢਣੀ। ਸੂਰ ਸੁਰਾਰਦਨ ਸੁੱਧ ਸੁਧਾਦਿਕ, ਇੱਥੇ ਵਿਸ਼ਰਾਮ ਲਾਉਣਾ, ਫਿਰ ਬੋਲਣਾ ਸੰਤ ਸਮੂਹ, ਇੱਥੇ ਠਮਕ ਲਾਉਣੀ, ਤੇ ਸਮੂਹ ਦਾ ਜਿਹੜਾ ਹਾਹਾ ਇਸ ਨੂੰ ਮੁਕਤਾ ਸ਼ੁੱਧ ਰੂਪ ਵਿੱਚ ਬੋਲਣਾ। ਸੰਤ ਸਮੂਹ ਅਨੇਕ ਮਤੀ ਕੇ, ਮਤੀ ਜਿਹੜਾ ਸ਼ਬਦ ਹੈ ਇਸ ਨੂੰ ਕੱਸ ਕੇ ਬੋਲਣਾ। ਅਨੇਕ ਮੱਤਾਂ ਮਤਾਂਤਰਾਂ ਦੇ, ਇਹ ਯਾਨੀ ਕਿ ਮੱਤਾਂ ਦਾ ਸ਼ਬਦ ਹੋਣ ਅਰਥ ਹੋਣ ਕਰਕੇ ਇਸ ਦਾ ਉਚਾਰਨ ਜਿਹੜਾ ਕੱਸ ਕੇ ਕਰਨਾ। ਸੰਤ ਸਮੂਹ ਅਨੇਕ ਮਤੀ ਕੇ ਸ਼ਬਦ ਨੂੰ ਵੱਖਰਾ ਬੋਲਣਾ। ਹਾਂਜੀ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹਿਓ, ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ। ਹਾਂਜੀ, ਇਸ ਦਾ ਪੰਕਤੀ ਦਾ ਉਚਾਰਨ ਜਿਹੜਾ ਸਾਰੇ ਹੀ ਦੇਸ ਕੋ, ਇੱਥੇ ਜਮਕ ਲਾਉਣੀ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਮਤ ਸ਼ਬਦ ਕੱਸ ਕੇ ਬੋਲਣਾ, ਇੱਥੇ ਵਿਸ਼ਰਾਮ ਹੈ। ਕੋ ਨਾ ਦੇਖੀਅਤ ਪ੍ਰਾਨਪਤੀ ਕੀ, ਪ੍ਰਾਨਪਤੀ ਜਿਹੜਾ ਇਕੱਠਾ ਪਾਠ, ਔਰ ਦੇਖੀਅਤ ਸ਼ਬਦ ਕੱਸ ਕੇ ਬੋਲਣਾ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੀ, ਇਸ ਤਰ੍ਹਾਂ ਇਸ ਦਾ ਜਿਹੜਾ ਵਿਸ਼ਰਾਮ ਔਰ ਉਚਾਰਨ ਕਰਨਾ ਜੀ। ਹਾਂਜੀ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ।
ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਹਾਂ, ਇਸ ਅਖੀਰ ਵਾਲੀ ਪੰਕਤੀ ਦਾ ਉਚਾਰਨ ਸ੍ਰੀ ਭਗਵਾਨ ਕੀ, ਇੱਥੇ ਜਮਕ ਲਾਉਣੀ, ਭਾਏ ਕਿਰਪਾ ਹੂੰ ਤੇ, ਜਿਹੜੀ ਕਿਰਪਾ ਹੂੰ ਇਹਦਾ ਨੇੜਲਾ ਸੰਬੰਧ ਹੈ, ਯਾਨੀ ਕਿ ਹੁਣ ਤੇ ਸ਼ਬਦ ਨਾ ਬੋਲਿਆ ਜਾਵੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ, ਜਿਹੜਾ ਰਤੀ ਸ਼ਬਦ ਹੈ ਇਸ ਨੂੰ ਪੋਲਾ ਬੋਲਣਾ, ਪਹਿਲਾ ਰਤੀ ਪਾਠ ਪੋਲਾ, ਏਕ ਰਤੀ ਕੇ ਇਹ ਕੱਸ ਕੇ ਬੋਲਣਾ। ਅਤੇ ਇਸ ਦਾ ਅਰਥ ਇਹ ਬਣਦਾ ਹੈ ਕਿ ਏਕ ਰਤੀ ਬਿਨ, ਇੱਕ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਰਤੀ ਮੈਨੇ ਪ੍ਰੀਤੀ ਤੋਂ ਬਿਨਾਂ, ਏਕ ਰਤੀ ਕੇ, ਮਨੁੱਖ ਦਾ ਜਿਹੜਾ ਜੀਵਨ ਆ ਉਹ ਰਤੀਆਂ ਦੇ ਭਾਰ ਹੈ, ਰਤੀਆਂ ਦੇ ਭਾਅ ਹੈ। ਇਸ ਲਈ ਇਸ ਦਾ ਜਿਹੜਾ ਉਚਾਰਨ ਇਸ ਤਰ੍ਹਾਂ ਕਰਨਾ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਸੋ ਇਸ ਪਾਵਨ ਸਵਈਏ ਦਾ ਜਿਹੜਾ ਇੱਕ ਵਾਰ ਮੂਲ ਪਾਠ ਕਰਕੇ ਇਸ ਪਾਵਨ ਸੰਥਿਆ ਦੀ ਜਿਹੜੀ ਸਮਾਪਤੀ ਕਰ ਦੇਣਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਾਤਸ਼ਾਹੀ ਦਸਵੀਂ ਤੋ ਪ੍ਰਸਾਦ ਸਵਈਏ। ਸ਼ਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਅਤੇ ਇਸ ਦਾ ਜਿਹੜਾ ਜਿਵੇਂ ਚਾਲ ਦੇ ਵਿੱਚ ਸਵਈਏ ਦੀ ਜਿਹੜੀ ਚਾਲ ਹੈ, ਉਦੋਂ ਇਸ ਦਾ ਕਿਵੇਂ ਪਾਠ ਕਰਨਾ ਉਹ ਵੀ ਆਪਾਂ ਇੱਕ ਵਾਰ ਕਰਨ ਦਾ ਯਤਨ ਕਰਦੇ ਹਾਂ। ਸ਼ਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਸੋ ਇਸ ਤਰ੍ਹਾਂ ਵੀ ਇਸ ਦਾ ਜਿਹੜਾ ਪਾਠ ਹੈ ਉਸ ਨੂੰ ਕਰਾ ਲੈਂਦੇ ਨੇ। ਅਤੇ ਜਿਹੜਾ ਕੋਊ ਸ਼ਬਦ ਹੈ, ਕੋਊ, ਇਸ ਨੂੰ ਧਿਆਨ ਦੇ ਨਾਲ ਬੋਲਣਾ, ਕੱਕੇ ਨੂੰ ਹੋੜਾ ਔਰ ਊੜੇ ਨੂੰ ਦੁਲੈਂਕੜ। ਕੋਊ, ਕੋਊ ਨਾ ਦੇਖੀਅਤ ਪ੍ਰਾਨਪਤੀ ਕੇ। ਸੋ ਇਸ ਦੀ ਜਿਹੜੀ ਸਮਾਪਤੀ ਕਰ ਦੇਣਾ ਕਰੀਏ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।